ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਤੇ ਮੈਂ ਸੁਰਪੇ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ਾਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ ਦੇ ਜੂਨ ਵੀਜ਼ਾ ਬੁਲੇਟਿਨ ਵਿੱਚ ਵੱਡੇ ਬਦਲਾਅ, ਫੈਮਿਲੀ ਬੇਸਡ ਗ੍ਰੀਨ ਕਾਰਡ ਕੈਟਾਗਰੀਜ਼ ਨੂੰ ਮਿਲੀ ਰਾਹਤ। ਟਰੰਪ ਸਰਕਾਰ ਦਾ ਵੱਡਾ ਕਦਮ, ਗ੍ਰੀਨ ਕਾਰਡ ਹੋਲਡਰਸ ਦੀ ਡੈਪੋਟੇਸ਼ਨ ਲਈ ਬਣਾਇਆ ਗਿਆ ਖਾਸ ਇਮੀਗ੍ਰੇਸ਼ਨ ਯੂਨਿਟ। ਟਰੰਪ ਸਰਕਾਰ ਦਾ ਨਵਾਂ ਇਮੀਗ੍ਰੇਸ਼ਨ ਕਦਮ, ਡੈਪੋਟੇਸ਼ਨ ਦੇ ਲਈ ਮੰਗਿਆ ਗਿਆ ਮੈਡੀਕੇਡ ਡੇਟਾ, ਕੁਝ ਰਾਜ ਹੋਏ ਹੋਰ ਵੀ ਸਖਤ। ਭਾਰਤੀ ਮੂਲ ਦਾ ਵਿਅਕਤੀ ਹੱਤਿਆ ਦੀ ਕੋਸ਼ਿਸ਼ ਦਾ ਦੋਸ਼ੀ ਕਰਾਰ। ਸਾਲਾਨਾ ਥੋਕ ਮਹਿੰਗਾਈ 6% ਤੱਕ ਪਹੁੰਚ ਗਈ। ਏਅਰ ਇੰਡੀਆ ਵੱਲੋਂ ਅੰਤਰਰਾਸ਼ਟਰੀ ਉਡਾਨਾਂ 'ਚ ਕਟੌਤੀ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਤਮਾਮ ਖਬਰਾਂ। ਅਮਰੀਕਾ ਦੇ ਜੂਨ 2026 ਦੇ ਵੀਜ਼ਾ ਬੁਲੇਟਿਨ ਵਿੱਚ ਪਰਿਵਾਰ ਆਧਾਰਿਤ ਗ੍ਰੀਨ ਕਾਰਡ ਕੈਟਾਗਰੀਆਂ ਵਿੱਚ ਮਿਲੀ ਜੁਲੀ ਹਲਚਲ ਵੇਖਣ ਨੂੰ ਮਿਲੀ ਹੈ। ਕੁਝ ਕੈਟਾਗਰੀਆਂ ਵਿੱਚ ਅੱਗੇ ਵਾਧਾ ਹੋਇਆ, ਜਦਕਿ ਕਈ ਹੋਰ ਕੈਟਾਗਰੀਆਂ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ। ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਜੂਨ 2026 ਵੀਜ਼ਾ ਬੁਲੇਟਿਨ ਦੇ ਅਨੁਸਾਰ ਗ੍ਰੀਨ ਕਾਰਡ ਹੋਲਡਰ ਦੇ ਸਪਾਊਸ ਅਤੇ ਬੱਚਿਆਂ ਲਈ F2A ਕੈਟਾਗਰੀ ਵਿੱਚ ਵੱਡੀ ਰਾਹਤ ਦਿੱਤੀ ਗਈ ਹੈ। ਇਸ ਕੈਟਾਗਰੀ ਦੀ ਫਾਈਨਲ ਐਕਸ਼ਨ ਡੇਟ 1 ਜਨਵਰੀ 2025 ਤੱਕ ਅੱਗੇ ਵਧਾਈ ਗਈ ਹੈ, ਜਿਸ ਨਾਲ ਕਈ ਪਰਿਵਾਰਾਂ ਨੂੰ ਲਾਭ ਮਿਲ ਸਕਦਾ ਹੈ। ਉਧਰ F2B ਕੈਟਾਗਰੀ, ਜਿਸ ਵਿੱਚ ਗ੍ਰੀਨ ਕਾਰਡ ਹੋਲਡਰ ਦੇ 21 ਸਾਲ ਤੋਂ ਵੱਧ ਉਮਰ ਦੇ ਅਣਵਿਆਹੇ ਬੱਚੇ ਸ਼ਾਮਲ ਹੁੰਦੇ ਹਨ, ਉਸ ਵਿੱਚ ਵੀ ਕੁਝ ਅੱਗੇ ਵਾਧਾ ਦਰਜ ਕੀਤਾ ਗਿਆ। ਇਹ ਮਿਤੀ ਹੁਣ 22 ਸਤੰਬਰ 2017 ਤੱਕ ਪਹੁੰਚ ਗਈ ਹੈ। F4 ਕੈਟਾਗਰੀ, ਜਿਸ ਵਿੱਚ ਅਮਰੀਕੀ ਨਾਗਰਿਕਾਂ ਦੇ ਭੈਣ ਭਰਾ ਸ਼ਾਮਲ ਹੁੰਦੇ ਹਨ, ਉਸ ਵਿੱਚ ਵੀ ਹਲਕਾ ਵਾਧਾ ਹੋਇਆ ਹੈ। ਇਹ ਫਾਈਨਲ ਐਕਸ਼ਨ ਡੇਟ ਹੁਣ 8 ਨਵੰਬਰ 2008 ਹੋ ਗਈ ਹੈ। ਹਾਲਾਂਕਿ ਭਾਰਤੀ ਅਰਜ਼ੀਕਾਰਾਂ ਲਈ ਮਿਤੀਆਂ ਅਜੇ ਵੀ ਕਾਫੀ ਪਿੱਛੇ ਹਨ। ਇਸ ਦੇ ਨਾਲ ਹੀ ਇੰਪਲੋਇਮੈਂਟ ਬੇਸਡ ਕੈਟਾਗਰੀਜ਼ ਵਿੱਚ ਭਾਰਤੀ ਅਰਜ਼ੀਕਾਰਾਂ ਲਈ ਵੱਡਾ ਝਟਕਾ ਸਾਹਮਣੇ ਆਇਆ ਹੈ। EB1 ਅਤੇ EB2 ਕੈਟਾਗਰੀਆਂ ਦੀਆਂ ਮਿਤੀਆਂ ਪਿੱਛੇ ਚਲੀਆਂ ਗਈਆਂ ਹਨ, ਜਿਸ ਨਾਲ ਗ੍ਰੀਨ ਕਾਰਡ ਦੀ ਉਡੀਕ ਹੋਰ ਲੰਬੀ ਹੋ ਸਕਦੀ ਹੈ। ਅਮਰੀਕੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਵੱਧਦੀ ਮੰਗ ਕਾਰਨ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਰਿਟਰੋਗ੍ਰੇਸ਼ਨ ਵੀ ਹੋ ਸਕਦੀ ਹੈ। ਵਿਸ਼ੇਸ਼ ਗਿਆਨ ਦਾ ਇਹ ਕਹਿਣਾ ਹੈ ਕਿ ਫੈਮਿਲੀ ਬੇਸਡ ਕੈਟਾਗਰੀਜ਼ ਵਿੱਚ ਕੁਝ ਰਾਹਤ ਮਿਲਣ ਦੇ ਬਾਵਜੂਦ ਭਾਰਤੀ ਪਰਿਵਾਰਾਂ ਅਤੇ ਪ੍ਰੋਫੈਸ਼ਨਲਸ ਲਈ ਗ੍ਰੀਨ ਕਾਰਡ ਦੀ ਉਡੀਕ ਅਜੇ ਵੀ ਕਾਫੀ ਲੰਬੀ ਰਹੇਗੀ। ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਚਰਚਾ ਸ਼ੁਰੂ ਹੋ ਗਈ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਇੱਕ ਨਵਾਂ ਇਮੀਗ੍ਰੇਸ਼ਨ ਇਨਫੋਰਸਮੈਂਟ ਯੂਨਿਟ ਤਿਆਰ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਉਹਨਾਂ ਗ੍ਰੀਨ ਕਾਰਡ ਹੋਲਡਰਸ ਦੀ ਪਛਾਣ ਅਤੇ ਡੈਪੋਟੇਸ਼ਨ ਕਾਰਵਾਈ ਨੂੰ ਤੇਜ਼ ਕਰਨਾ ਹੈ, ਜਿਨ੍ਹਾਂ ਤੇ ਕਾਨੂੰਨੀ ਉਲੰਘਣਾ ਜਾਂ ਇਮੀਗ੍ਰੇਸ਼ਨ ਨਿਯਮਾਂ ਦੀ ਤੋੜ-ਫੋੜ ਦੇ ਦੋਸ਼ ਹਨ। ਰਿਪੋਰਟਾਂ ਦੇ ਅਨੁਸਾਰ ਇਹ ਯੂਨਿਟ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਕੇਸਾਂ ਤੇ ਧਿਆਨ ਦੇਵੇਗਾ ਜਿਨ੍ਹਾਂ ਉੱਤੇ ਫਰੋਡ ਮੈਰਿਜ, ਕ੍ਰਿਮੀਨਲ ਕਨਵਿਕਸ਼ਨਸ, ਵੀਜ਼ਾ ਮਿਸਪ੍ਰੈਜ਼ੈਂਟਡ ਜਾਂ ਫਿਰ ਨੈਸ਼ਨਲ ਸਿਕਿਉਰਿਟੀ ਨਾਲ ਜੁੜੇ ਸ਼ੱਕ ਹਨ। ਟਰੰਪ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਅਮਰੀਕਾ ਦੀ ਸੁਰੱਖਿਆ ਅਤੇ ਇਮੀਗ੍ਰੇਸ਼ਨ ਸਿਸਟਮ ਦੀ ਸਖਤੀ ਲਈ ਇਹ ਕਦਮ ਲਾਜ਼ਮੀ ਹੈ। ਇਸ ਐਲਾਨ ਤੋਂ ਬਾਅਦ ਅਮਰੀਕਾ ਵਿੱਚ ਰਹਿੰਦੇ ਕਈ ਗ੍ਰੀਨ ਕਾਰਡ ਹੋਲਡਰਸ ਅਤੇ ਪ੍ਰਵਾਸੀ ਪਰਿਵਾਰਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਕਈ ਲੋਕਾਂ ਨੂੰ ਡਰ ਹੈ ਕਿ ਛੋਟੀਆਂ ਕਾਨੂੰਨੀ ਗਲਤੀਆਂ ਜਾਂ ਪੁਰਾਣੇ ਕੇਸ ਵੀ ਹੁਣ ਡੈਪੋਟੇਸ਼ਨ ਕਾਰਵਾਈ ਦਾ ਕਾਰਨ ਬਣ ਸਕਦੇ ਹਨ। ਇਮੀਗ੍ਰੇਸ਼ਨ ਵਕੀਲਾਂ ਦਾ ਇਹ ਕਹਿਣਾ ਹੈ ਕਿ ਪਰਮਾਨੈਂਟ ਰੈਜ਼ੀਡੈਂਸੀ ਹੋਣ ਦੇ ਬਾਵਜੂਦ ਗ੍ਰੀਨ ਕਾਰਡ ਕੋਈ ਪੂਰੀ ਸੁਰੱਖਿਆ ਨਹੀਂ ਦਿੰਦਾ। ਜੇਕਰ ਕਿਸੇ ਵਿਅਕਤੀ ਤੇ ਫਰੋਡ ਜਾਂ ਕ੍ਰਿਮੀਨਲ ਐਕਟੀਵਿਟੀ ਸਾਬਤ ਹੋ ਜਾਂਦੀ ਹੈ ਤਾਂ ਸਰਕਾਰ ਉਸ ਦੀ ਰੈਜ਼ੀਡੈਂਸੀ ਰੱਦ ਕਰ ਸਕਦੀ ਹੈ। ਨਵੇਂ ਯੂਨਿਟ ਤਹਿਤ US ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਅਤੇ ਹੋਰ ਫੈਡਰਲ ਏਜੰਸੀਆਂ ਨੂੰ ਵਧੇਰੇ ਰਿਸੋਰਸਿਸ ਅਤੇ ਇਨਫੋਰਸਮੈਂਟ ਪਾਵਰਸ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਨਾਲ ਡਿਟੈਂਸ਼ਨ ਰੇਟਸ, ਬੈਕਗ੍ਰਾਉਂਡ ਚੈੱਕਸ ਅਤੇ ਇਮੀਗ੍ਰੇਸ਼ਨ ਐਡਿਟਸ ਹੋਰ ਤੇਜ਼ ਹੋ ਸਕਦੇ ਹਨ। ਵਿਸ਼ੇਸ਼ ਗਿਆਨ ਮੰਨਦੇ ਹਨ ਕਿ ਇਹ ਕਾਰਵਾਈ ਖਾਸ ਕਰਕੇ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿਨ੍ਹਾਂ ਦੇ ਇਮੀਗ੍ਰੇਸ਼ਨ ਰਿਕਾਰਡ ਵਿੱਚ ਕੋਈ ਗੜਬੜ ਜਾਂ ਅਧੂਰੀ ਜਾਣਕਾਰੀ ਹੈ। ਇਸ ਦੇ ਨਾਲ ਹੀ ਕਈ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਅਤੇ ਇਮੀਗ੍ਰੇਸ਼ਨ ਐਡਵੋਕੇਸੀ ਗਰੁੱਪ ਨੇ ਇਸ ਨਵੇਂ ਕਦਮ ਦੀ ਆਲੋਚਨਾ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੋਵੇਗਾ ਅਤੇ ਪਰਿਵਾਰਾਂ ਤੇ ਮਨੋਵਿਗਿਆਨਕ ਦਬਾਅ ਵਧੇਗਾ। ਕੁਝ ਸੰਸਥਾਵਾਂ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਡੈਪੋਟੇਸ਼ਨ ਨੀਤੀਆਂ ਨੂੰ ਬਹੁਤ ਸਖਤ ਬਣਾਉਣ ਦੇ ਨਾਲ ਅਮਰੀਕਾ ਦੀ ਇਮੀਗ੍ਰੈਂਟ ਕਮਿਊਨਿਟੀ ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।
ਸੋ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਗ੍ਰੀਨ ਕਾਰਡ ਤੇ ਰਹਿ ਰਹੇ ਹਨ। ਇਸ ਲਈ ਇਸ ਨਵੇਂ ਯੂਨਿਟ ਦੀ ਕਾਰਵਾਈ ਭਾਰਤੀ ਪਰਿਵਾਰਾਂ ਲਈ ਵੀ ਚਿੰਤਾ ਦਾ ਕਾਰਨ ਬਣ ਸਕਦੀ ਹੈ, ਖਾਸ ਕਰਕੇ ਉਹ ਲੋਕ ਜੋ ਇੰਪਲੋਇਮੈਂਟ ਬੇਸਡ ਇਮੀਗ੍ਰੇਸ਼ਨ ਜਾਂ ਫੈਮਿਲੀ ਸਪਾਂਸਰਸ਼ਿਪ ਰਾਹੀਂ ਅਮਰੀਕਾ ਵਿੱਚ ਰਹਿ ਰਹੇ ਹਨ। ਉਹ ਹੁਣ ਆਪਣੀ ਇਮੀਗ੍ਰੇਸ਼ਨ ਡਾਕੂਮੈਂਟਸ ਅਤੇ ਲੀਗਲ ਸਟੇਟਸ ਨੂੰ ਹੋਰ ਧਿਆਨ ਦੇ ਨਾਲ ਚੈੱਕ ਕਰ ਰਹੇ ਹਨ। ਇਮੀਗ੍ਰੇਸ਼ਨ ਮਾਹਰਾਂ ਦੀ ਸਲਾਹ ਹੈ ਕਿ ਗ੍ਰੀਨ ਕਾਰਡ ਹੋਲਡਰਸ ਆਪਣੇ ਸਾਰੇ ਦਸਤਾਵੇਜ਼ ਅਪਡੇਟਡ ਰੱਖਣ ਅਤੇ ਕਿਸੇ ਵੀ ਲੀਗਲ ਇਸ਼ੂ ਨੂੰ ਨਜ਼ਰਅੰਦਾਜ਼ ਨਾ ਕਰਨ। ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਇੱਕ ਹੋਰ ਵੱਡਾ ਵਿਵਾਦ ਸਾਹਮਣੇ ਆਇਆ ਹੈ। ਡੋਨਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਹੁਣ ਮੈਡੀਕੇਡ ਪ੍ਰੋਗਰਾਮ ਨਾਲ ਜੁੜੇ ਲੱਖਾਂ ਪ੍ਰਵਾਸੀਆਂ ਦਾ ਡੇਟਾ ਡੈਪੋਟੇਸ਼ਨ ਕਾਰਵਾਈ ਲਈ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਿਪੋਰਟਾਂ ਦੇ ਮੁਤਾਬਕ ਟਰੰਪ ਐਡਮਿਨਿਸਟ੍ਰੇਸ਼ਨ ਨੇ ਸੈਂਟਰਸ ਫॉर ਮੈਡੀਕੇਅਰ ਅਤੇ ਮੈਡੀਕੇਡ ਸਰਵਿਸ ਤੋਂ ਉਹਨਾਂ ਲੋਕਾਂ ਦੀ ਨਿੱਜੀ ਜਾਣਕਾਰੀ ਮੰਗੀ ਹੈ ਜੋ ਮੈਡੀਕੇਡ ਹੈਲਥ ਪ੍ਰੋਗਰਾਮ ਵਿੱਚ ਦਰਜ ਹਨ। ਇਸ ਵਿੱਚ ਨਾਮ, ਪਤਾ, ਸੋਸ਼ਲ ਸਿਕਿਉਰਿਟੀ ਨੰਬਰ ਅਤੇ ਇਮੀਗ੍ਰੇਸ਼ਨ ਸਟੇਟਸ ਵਰਗੀ ਸੰਵੇਦਨਸ਼ੀਲ ਜਾਣਕਾਰੀ ਸ਼ਾਮਲ ਹੋ ਸਕਦੀ ਹੈ। ਇਸ ਨਾਲ ਕੁਝ ਖਾਸ ਡੇਟਾ ਸਾਂਝਾ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਾਣਕਾਰੀ US ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਸਾਂਝੀ ਕੀਤੀ ਜਾ ਸਕਦੀ ਹੈ ਤਾਂ ਜੋ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਦੀ ਪਛਾਣ ਅਤੇ ਡੈਪੋਟੇਸ਼ਨ ਕਾਰਵਾਈ ਤੇਜ਼ ਕੀਤੀ ਜਾ ਸਕੇ। ਅਮਰੀਕੀ ਸਿਹਤ ਵਿਭਾਗ ਦੇ ਕੁਝ ਅਧਿਕਾਰੀਆਂ ਨੇ ਇਸ ਡੇਟਾ ਸ਼ੇਅਰਿੰਗ ਤੇ ਕਾਨੂੰਨੀ ਅਤੇ ਨੈਤਿਕ ਚਿੰਤਾ ਵੀ ਜਤਾਈ ਹੈ। ਅੰਦਰੂਨੀ ਮੈਮੋਜ਼ ਮੁਤਾਬਕ CMS ਦੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਇਸ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨਾ ਪ੍ਰਾਈਵੇਸੀ ਲਾਜ਼ ਦੀ ਉਲੰਘਣਾ ਹੋ ਸਕਦੀ ਹੈ। ਰਿਪੋਰਟਾਂ ਦੇ ਅਨੁਸਾਰ ਕੁਝ ਰਾਜ ਕੇਵਲ ਫੈਡਰਲ ਹੁਕਮਾਂ ਦੀ ਪਾਲਣਾ ਹੀ ਨਹੀਂ ਕਰ ਰਹੇ, ਸਗੋਂ ਆਪਣੀਆਂ ਸਟੇਟ ਹੈਲਥ ਏਜੰਸੀਜ਼ ਨੂੰ ਵੀ ਇਮੀਗ੍ਰੇਸ਼ਨ ਇਨਫੋਰਸਮੈਂਟ ਨਾਲ ਜੋੜ ਰਹੇ ਹਨ। ਇਸ ਕਾਰਨ ਪ੍ਰਵਾਸੀ ਭਾਈਚਾਰੇ ਵਿੱਚ ਇੱਕ ਡਰ ਦਾ ਮਾਹੌਲ ਵੱਧ ਰਿਹਾ ਹੈ। ਕੈਲੀਫੋਰਨੀਆ ਅਤੇ ਇਲੀਨੋਇਸ ਵਰਗੇ ਰਾਜਾਂ ਦੇ ਆਗੂਆਂ ਨੇ ਇਸ ਕਦਮ ਦਾ ਵਿਰੋਧ ਕੀਤਾ ਹੈ। ਗੈਵਿਨ ਨਿਊਸਮ ਨੇ ਇਸ ਨੂੰ ਪ੍ਰਾਈਵੇਸੀ ਦੀ ਦੁਰਉਪਯੋਗ ਕਰਾਰ ਦਿੱਤਾ ਅਤੇ ਇਹ ਕਿਹਾ ਕਿ ਇਸ ਨਾਲ ਲੋਕਾਂ ਦਾ ਸਰਕਾਰੀ ਸਿਹਤ ਸੇਵਾਵਾਂ ਤੇ ਭਰੋਸਾ ਟੁੱਟ ਸਕਦਾ ਹੈ। ਇਮੀਗ੍ਰੇਸ਼ਨ ਐਡਵੋਕੇਟਸ ਦਾ ਇਹ ਕਹਿਣਾ ਹੈ ਕਿ ਜੇਕਰ ਮੈਡੀਕੇਡ ਡੇਟਾ ਡੈਪੋਟੇਸ਼ਨ ਦੇ ਲਈ ਵਰਤਿਆ ਗਿਆ ਤਾਂ ਕਈ ਪ੍ਰਵਾਸੀ ਡਾਕਟਰੀ ਇਲਾਜ ਲੈਣ ਤੋਂ ਵੀ ਡਰ ਸਕਦੇ ਹਨ। ਇਸ ਨਾਲ ਪਬਲਿਕ ਹੈਲਥ ਸਿਸਟਮ ਤੇ ਵੀ ਨਕਾਰਾਤਮਕ ਅਸਰ ਪੈ ਸਕਦਾ ਹੈ। ਕਾਨੂੰਨੀ ਮਾਹਰਾਂ ਦਾ ਇਹ ਕਹਿਣਾ ਹੈ ਕਿ ਇਹ ਮਾਮਲਾ ਹੁਣ ਅਦਾਲਤਾਂ ਤੱਕ ਵੀ ਪਹੁੰਚ ਸਕਦਾ ਹੈ ਕਿਉਂਕਿ ਪ੍ਰਾਈਵੇਸੀ ਰਾਈਟਸ ਅਤੇ ਇਮੀਗ੍ਰੇਸ਼ਨ ਇਨਫੋਰਸਮੈਂਟ ਵਿਚਕਾਰ ਵੱਡੀ ਕਾਨੂੰਨੀ ਟੱਕਰ ਬਣ ਰਹੀ ਹੈ। ਪੂਰਬੀ ਲੰਡਨ ਵਿੱਚ ਇੱਕ ਔਰਤ ਅਤੇ 2 ਬੱਚਿਆਂ ਤੇ ਹੋਏ ਹਿੰਸਕ ਹਮਲੇ ਦੇ ਮਾਮਲੇ ਵਿੱਚ ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਹੱਤਿਆ ਦੀ ਕੋਸ਼ਿਸ਼ ਦਾ ਦੋਸ਼ੀ ਪਾਇਆ ਗਿਆ। 49 ਸਾਲਾਂ ਦੇ ਕੁਲਵਿੰਦਰ ਰਾਮ ਨੂੰ 25 ਅਕਤੂਬਰ 2024 ਨੂੰ ਡੈਗਨਹੈਮ ਵਿੱਚ ਹੋਏ ਹਮਲੇ ਦੇ ਸਬੰਧ ਵਿੱਚ ਲੰਡਨ ਦੀ ਓਲਡ ਬੇਲੀ ਅਦਾਲਤ ਵਿੱਚ 4 ਹਫ਼ਤਿਆਂ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਦੋਸ਼ੀ ਕਰਾਰ ਦਿੱਤਾ ਗਿਆ। ਉਸ ਨੂੰ ਇੱਕ ਔਰਤ ਅਤੇ ਇੱਕ ਬੱਚੇ ਦੀ ਹੱਤਿਆ ਦੀ ਕੋਸ਼ਿਸ਼ ਕਰਨ ਅਤੇ ਦੂਜੇ ਬੱਚੇ ਨੂੰ ਗੰਭੀਰ ਸਰੀਰਕ ਸੱਟ ਪਹੁੰਚਾਉਣ ਦਾ ਦੋਸ਼ੀ ਪਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਤਿੰਨੋਂ ਪੀੜਤਾਂ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਕਾਰਨ ਉਹਨਾਂ ਦੀ ਸਰਜਰੀ ਕਰਨੀ ਪਈ। ਇੱਕ ਪੀੜਿਤ ਕਈ ਦਿਨਾਂ ਤੱਕ ਬੇहद ਗੰਭੀਰ ਹਾਲਤ ਵਿੱਚ ਰਿਹਾ ਅਤੇ ਸ਼ੁਰੂ ਵਿੱਚ ਡਾਕਟਰਾਂ ਨੂੰ ਉਸ ਦੇ ਬਚਣ ਦੀ ਉਮੀਦ ਬਹੁਤ ਘੱਟ ਸੀ। ਲੰਡਨ ਮੈਟਰੋਪੋਲੀਟਨ ਪੁਲਿਸ ਦੇ ਇੱਕ ਆਫ ਡਿਊਟੀ ਅਧਿਕਾਰੀ ਸਪੈਸ਼ਲ ਪੁਲਿਸ ਸਰਜੈਂਟ ਸੈਫ ਸੈਰੁਖ ਨੇ ਘਟਨਾ ਵਾਲੀ ਥਾਂ ਤੇ ਹੀ ਕੁਲਵਿੰਦਰ ਰਾਮ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਸੈਰੁਖ ਉਸ ਸਮੇਂ ਕੰਮ ਤੋਂ ਘਰ ਪਰਤ ਰਹੇ ਸਨ। ਬਿਆਨ ਜਾਰੀ ਕਰਦਿਆਂ ਸੈਰੁਖ ਨੇ ਕਿਹਾ, ਪਹਿਲਾਂ ਮੈਨੂੰ ਲੱਗਿਆ ਕਿ ਇਹ ਹੈਲੋਵੀਨ ਦਾ ਕੋਈ ਮਜ਼ਾਕ ਹੈ, ਪਰ ਜਦੋਂ ਮੈਂ ਨੇੜੇ ਗਿਆ ਤਾਂ ਸੱਟਾਂ ਦੀ ਗੰਭੀਰਤਾ ਅਤੇ ਖੂਨ ਦੇਖ ਕੇ ਦੰਗ ਰਹਿ ਗਿਆ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬੱਚੇ ਸ਼ਾਮਲ ਹਨ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਕਿਹਾ, ਮੇਰੇ ਕੋਲ ਕੋਈ ਸੁਰੱਖਿਆ ਉਪਕਰਨ ਜਾਂ ਸਾਥੀ ਨਹੀਂ ਸੀ, ਪਰ ਇੱਕ ਪਿਤਾ ਅਤੇ ਪੁਲਿਸ ਅਧਿਕਾਰੀ ਹੋਣ ਦੇ ਨਾਤੇ ਬਿਨਾਂ ਕਿਸੇ ਝਿਜਕ ਦੇ ਮਦਦ ਕਰਨਾ ਮੇਰਾ ਸੁਭਾਅ ਸੀ। ਜਿਵੇਂ ਹੀ ਸੈਰੁਖ ਨੇੜੇ ਪਹੁੰਚੇ, ਰਾਮ ਘਰ ਤੋਂ ਬਾਹਰ ਨਿਕਲਿਆ ਅਤੇ ਸੈਰੁਖ ਨੇ ਐਮਰਜੈਂਸੀ ਸੇਵਾਵਾਂ ਨੂੰ ਫੋਨ ਕਰਦੇ ਹੋਏ ਉਸ ਨੂੰ ਕਾਬੂ ਕਰ ਲਿਆ। ਜਾਂਚ ਦੀ ਅਗਵਾਈ ਕਰਨ ਵਾਲੇ ਡਿਟੈਕਟਿਵ ਕਾਂਸਟੇਬਲ ਲੂਇਸ ਵਿਟਲੋਕ ਨੇ ਕਿਹਾ ਕਿ ਜਾਂਚਕਰਤਾਵਾਂ ਨੂੰ ਪੂਰਾ ਭਰੋਸਾ ਸੀ ਕਿ ਰਾਮ ਦਾ ਇਰਾਦਾ ਪੀੜਤਾ ਦੀ ਜਾਨ ਲੈਣਾ ਹੀ ਸੀ। ਵਿਟਲੋਕ ਨੇ ਕਿਹਾ, ਸਾਡੀ ਜਾਂਚ ਵਿੱਚ ਕੋਈ ਸ਼ੱਕ ਨਹੀਂ ਰਹਿ ਗਿਆ ਸੀ ਕਿ ਰਾਮ ਉਹਨਾਂ ਲੋਕਾਂ ਨੂੰ ਮਾਰਨਾ ਚਾਹੁੰਦਾ ਸੀ ਜਿਨ੍ਹਾਂ ਨੂੰ ਉਸਨੇ ਨਿਸ਼ਾਨਾ ਬਣਾਇਆ ਸੀ। ਸਾਨੂੰ ਖੁਸ਼ੀ ਹੈ ਕਿ ਜਿਊਰੀ ਨੇ ਅਦਾਲਤ ਵਿੱਚ ਪੇਸ਼ ਕੀਤੇ ਸਬੂਤਾਂ ਦੇ ਆਧਾਰ ਤੇ ਸਹੀ ਫੈਸਲਾ ਸੁਣਾਇਆ। ਟਰੰਪ ਪ੍ਰਸ਼ਾਸਨ ਦੇ ਆਮ ਤੌਰ ਤੇ ਉਤਸ਼ਾਹਜਨਕ ਲਹਿਜੇ ਤੋਂ ਹਟ ਕੇ ਅਮਰੀਕੀ ਉਪ ਰਾਸ਼ਟਰਪਤੀ JD ਵੈਂਸ ਨੇ ਸਵੀਕਾਰ ਕੀਤਾ ਹੈ ਕਿ ਅਪ੍ਰੈਲ ਮਹੀਨੇ ਵਿੱਚ ਉਪਭੋਗਤਾ ਮਹਿੰਗਾਈ ਦੀ ਦਰ ਬਹੁਤ ਚੰਗੀ ਨਹੀਂ ਰਹੀ। ਅਪ੍ਰੈਲ ਵਿੱਚ ਅਮਰੀਕਾ ਦੀ ਸਾਲਾਨਾ ਉਪਭੋਗਤਾ ਮਹਿੰਗਾਈ ਦਰ 3.8% ਦਰਜ ਕੀਤੀ ਗਈ, ਜੋ ਕਿ ਪਿਛਲੇ 3 ਸਾਲਾਂ ਦਾ ਉੱਚਤਮ ਪੱਧਰ ਹੈ। ਇਸ ਵਾਧੇ ਦਾ ਮੁੱਖ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਈਰਾਨ ਦੇ ਨਾਲ ਜੰਗ ਕਾਰਨ ਊਰਜਾ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਹੈ। ਸਰਕਾਰ ਨੇ ਦੱਸਿਆ ਕਿ ਸਾਲਾਨਾ ਥੋਕ ਮਹਿੰਗਾਈ
6% ਤੱਕ ਪਹੁੰਚ ਗਈ ਹੈ, ਜੋ ਦਸੰਬਰ 2022 ਤੋਂ ਬਾਅਦ ਸਭ ਤੋਂ ਉੱਚੀ ਹੈ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਹੁਣ ਹੋਰ ਚੀਜ਼ਾਂ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਵਾਈਟ ਹਾਊਸ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵੈਂਸ ਨੇ ਕਿਹਾ, ਹਾਂ ਪਿਛਲੇ ਮਹੀਨੇ ਮਹਿੰਗਾਈ ਦੇ ਆંકੜੇ ਚੰਗੇ ਨਹੀਂ ਸਨ। ਅਸੀਂ ਜਾਣਦੇ ਹਾਂ ਕਿ ਅਮਰੀਕੀ ਲੋਕਾਂ ਨੂੰ ਉਹ ਖੁਸ਼ਹਾਲੀ ਦੇਣ ਲਈ ਸਾਨੂੰ ਅਜੇ ਬਹੁਤ ਕੰਮ ਕਰਨ ਦੀ ਲੋੜ ਹੈ, ਜਿਸ ਦੇ ਉਹ ਹੱਕਦਾਰ ਹਨ। ਵੈਂਸ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਇਸ ਮੁੱਦੇ ਪ੍ਰਤੀ ਬਹੁਤ ਗੰਭੀਰ ਹਨ। ਹਾਲਾਂਕਿ ਇਸ ਤੋਂ ਇੱਕ ਦਿਨ ਪਹਿਲਾਂ ਟਰੰਪ ਨੇ ਦਾਅਵਾ ਕੀਤਾ ਸੀ ਕਿ ਉੱਚੀ ਮਹਿੰਗਾਈ ਸਿਰਫ ਥੋੜੇ ਸਮੇਂ ਲਈ ਹੈ। ਜਦਕਿ ਪੱਤਰਕਾਰ ਨੇ ਪੁੱਛਿਆ ਕਿ ਕੀ ਅਮਰੀਕੀਆਂ ਦੀ ਵਿੱਤੀ ਸਥਿਤੀ ਉਹਨਾਂ ਨੂੰ ਈਰਾਨ ਦੇ ਨਾਲ ਸ਼ਾਂਤੀ ਸਮਝੌਤਾ ਕਰਨ ਲਈ ਪ੍ਰੇਰਿਤ ਕਰ ਰਹੀ ਹੈ, ਤਾਂ ਟਰੰਪ ਨੇ ਸਖਤ ਜਵਾਬ ਦਿੱਤਾ। ਉਹਨਾਂ ਨੇ ਕਿਹਾ, ਬਿਲਕੁਲ ਵੀ ਨਹੀਂ। ਜਦੋਂ ਉਹ ਈਰਾਨ ਬਾਰੇ ਗੱਲ ਕਰਦੇ ਹਨ ਤਾਂ ਸਿਰਫ ਇੱਕ ਹੀ ਗੱਲ ਮਾਇਨੇ ਰੱਖਦੀ ਹੈ, ਉਹਨਾਂ ਦੇ ਕੋਲ ਪਰਮਾਣੂ ਹਥਿਆਰ ਨਹੀਂ ਹੋ ਸਕਦੇ। ਟਰੰਪ ਨੇ ਅੱਗੇ ਕਿਹਾ ਕਿ ਉਹ ਅਮਰੀਕੀਆਂ ਦੀ ਵਿੱਤੀ ਸਥਿਤੀ ਬਾਰੇ ਨਹੀਂ ਸੋਚਦਾ, ਉਹ ਕਿਸੇ ਬਾਰੇ ਨਹੀਂ ਸੋਚਦਾ। ਜਦੋਂ ਵੈਂਸ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਰਾਸ਼ਟਰਪਤੀ ਨੇ ਅਜਿਹਾ ਕਿਹਾ ਅਤੇ ਸਵਾਲ ਨੂੰ ਟਰੰਪ ਦੇ ਬਿਆਨ ਦੀ ਗਲਤ ਪੇਸ਼ਕਾਰੀ ਦੱਸਿਆ। ਨਵੰਬਰ ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਡੈਮੋਕ੍ਰੈਟਿਕ ਪਾਰਟੀ ਦੇ ਆਗੂਆਂ ਨੇ ਟਰੰਪ ਦੇ ਇਨ੍ਹਾਂ ਸ਼ਬਦਾਂ ਨੂੰ ਆਧਾਰ ਬਣਾ ਕੇ ਉਹਨਾਂ ਤੇ ਹਮਲਾ ਕੀਤਾ। ਉਹਨਾਂ ਨੇ ਰਿਪਬਲਿਕਨ ਪਾਰਟੀ ਤੇ ਵੱਧਦੀ ਮਹਿੰਗਾਈ ਅਤੇ ਲੋਕਾਂ ਦੀਆਂ ਮੁਸ਼ਕਲਾਂ ਪ੍ਰਤੀ ਲਾਪਰਵਾਹੀ ਵਰਤਣ ਦੇ ਦੋਸ਼ ਲਗਾਏ। ਏਅਰ ਇੰਡੀਆ ਨੇ ਇਹ ਕਿਹਾ ਹੈ ਕਿ ਉਹ ਜੈਟ ਇੰਧਨ ਦੀਆਂ ਵੱਧਦੀਆਂ ਕੀਮਤਾਂ ਅਤੇ ਸੰਘਰਸ਼ ਕਾਰਨ ਹਵਾਈ ਖੇਤਰ ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਕਈ ਅੰਤਰਰਾਸ਼ਟਰੀ ਰੂਟਾਂ ਨੂੰ ਘਟਾਏਗਾ ਜਾਂ ਬੰਦ ਕਰੇਗੀ। ਫਰਵਰੀ ਦੇ ਅਖੀਰ ਤੋਂ ਜਾਰੀ ਈਰਾਨ ਜੰਗ ਅਤੇ ਹੋਰਮੁਜ਼ ਜਲਡਮਰੂ ਦੇ ਅਸਰ ਰੂਪ ਵਿੱਚ ਬੰਦ ਹੋਣ ਕਾਰਨ ਹਵਾਈ ਜਹਾਜ਼ਾਂ ਦੇ ਤੇਲ ਦੀਆਂ ਕੀਮਤਾਂ ਆਸਮਾਨੀ ਚੜ੍ਹ ਗਈਆਂ ਹਨ। ਇਸ ਨੇ ਏਅਰਲਾਈਨਾਂ ਦੀ ਮੁਨਾਫਾ ਕਮਾਉਣ ਦੀ ਸਮਰੱਥਾ ਤੇ ਚਿੰਤਾ ਵਧਾ ਦਿੱਤੀ ਹੈ ਅਤੇ ਹਵਾਈ ਕਿਰਾਏ ਵਿੱਚ ਵਾਧਾ ਕੀਤਾ ਹੈ। ਏਅਰ ਇੰਡੀਆ ਨੇ ਪ੍ਰਭਾਵਿਤ ਉਡਾਨਾਂ ਦੀ ਕੁੱਲ ਸੰਖਿਆ ਤਾਂ ਨਹੀਂ ਦੱਸੀ, ਪਰ ਇਹ ਕਿਹਾ ਕਿ ਉਹ ਜੂਨ ਅਤੇ ਅਗਸਤ ਦੇ ਵਿਚਕਾਰ ਨਵੀਂ ਦਿੱਲੀ, ਮੁੰਬਈ ਅਤੇ ਚੇਨਈ ਸਮੇਤ ਕੁਝ ਭਾਰਤੀ ਸ਼ਹਿਰਾਂ ਤੋਂ ਸ਼ਿਕਾਗੋ, ਸ਼ੰਘਾਈ, ਮਾਲੇ ਅਤੇ ਸਿੰਗਾਪੁਰ ਦੇ ਰੂਟਾਂ ਨੂੰ ਮੁਅੱਤਲ ਕਰੇਗੀ। ਏਅਰਲਾਈਨ ਸੈਨ ਫਰਾਂਸਿਸਕੋ, ਪੈਰਿਸ, ਮਿਲਾਨ ਅਤੇ ਸਿਡਨੀ ਦੀਆਂ ਉਡਾਨਾਂ ਦੀ ਗਿਣਤੀ ਵਿੱਚ ਵੀ ਕਟੌਤੀ ਕਰੇਗੀ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕਈ ਕਾਰਕਾਂ ਨੇ ਕੁਝ ਉਡਾਨਾਂ ਦੀ ਵਪਾਰਕ ਵਿਵਹਾਰਕਤਾ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਚੁਣੌਤੀਆਂ ਦੇ ਬਾਵਜੂਦ ਏਅਰ ਇੰਡੀਆ ਹਰ ਮਹੀਨੇ 1200 ਤੋਂ ਵੱਧ ਅੰਤਰਰਾਸ਼ਟਰੀ ਉਡਾਨਾਂ ਚਲਾਉਣਾ ਜਾਰੀ ਰੱਖੇਗੀ। ਮੱਧ ਪੂਰਬ ਦੀ ਜੰਗ ਭਾਰਤੀ ਕੈਰੀਅਰ ਲਈ ਇੱਕ ਤਾਜ਼ਾ ਝਟਕਾ ਸਾਬਤ ਹੋ ਰਹੀ ਹੈ ਤੇ ਇਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਅਪ੍ਰੈਲ ਵਿੱਚ ਅਸਤੀਫਾ ਦੇ ਦਿੱਤਾ ਸੀ। 2022 ਵਿੱਚ ਏਅਰ ਇੰਡੀਆ ਨੂੰ ਸੰਭਾਲਣ ਤੋਂ ਬਾਅਦ ਟਾਟਾ ਸਮੂਹ ਦੇ ਸੈਂਕੜੇ ਨਵੇਂ ਜਹਾਜ਼ਾਂ ਦੇ ਆਰਡਰ ਦੇ ਕੇ ਆਪਣੇ ਪੁਰਾਣੇ ਬੇੜੇ ਨੂੰ ਅਪਗ੍ਰੇਡ ਕਰਕੇ ਇੱਕ ਅਭਿਲਾਸ਼ੀ ਸੁਧਾਰ ਸ਼ੁਰੂ ਕੀਤਾ ਹੈ। ਆਪਰੇਸ਼ਨਾਂ ਦੇ ਆਧੁਨਿਕੀਕਰਨ ਦੇ ਬਾਵਜੂਦ ਏਅਰਲਾਈਨ ਨੂੰ ਜਹਾਜ਼ਾਂ ਦੀ ਡਿਲੀਵਰੀ ਵਿੱਚ ਦੇਰੀ ਅਤੇ 2025 ਦੇ ਭਾਰਤ-ਪਾਕਿਸਤਾਨ ਸੰਘਰਸ਼ ਕਾਰਨ ਹਵਾਈ ਖੇਤਰ ਦੇ ਬੰਦ ਹੋਣ ਵਰਗੀਆਂ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਏਅਰਲਾਈਨ ਦੇ ਅਕਸ ਨੂੰ ਸਭ ਤੋਂ ਵੱਡਾ ਧੱਕਾ ਜੂਨ 2025 ਵਿੱਚ ਲੱਗਿਆ, ਜਦੋਂ ਅਹਿਮਦਾਬਾਦ ਤੋਂ ਉਡਾਨ ਭਰਨ ਤੋਂ ਤੁਰੰਤ ਬਾਅਦ ਏਅਰ ਇੰਡੀਆ ਦੀ ਫਲਾਈਟ 171 ਬੋਇੰਗ 787-8 ਹਾਦਸਾਗ੍ਰਸਤ ਹੋ ਗਈ ਸੀ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 342 ਲੋਕਾਂ ਵਿੱਚੋਂ ਸਿਰਫ ਇੱਕ ਨੂੰ ਛੱਡ ਕੇ ਬਾਕੀ ਸਾਰੇ ਅਤੇ ਜ਼ਮੀਨ ਤੇ ਮੌਜੂਦ 19 ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ਵਿੱਚ ਚੋਣ ਪ੍ਰਣਾਲੀ ਨੂੰ ਲੈ ਕੇ ਇੱਕ ਨਵਾਂ ਵੱਡਾ ਵਿਵਾਦ ਖੜਾ ਹੋ ਗਿਆ ਹੈ। ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਇੱਕ ਐਗਜ਼ੀਕਿਊਟਿਵ ਆਰਡਰ ਨੂੰ ਚੁਣੌਤੀ ਦਿੰਦਿਆਂ ਵਕੀਲਾਂ ਅਤੇ ਸਿਵਲ ਰਾਈਟਸ ਗਰੁੱਪ ਨੇ ਫੈਡਰਲ ਜੱਜ ਕੋਲ ਇਸ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ। ਟਰੰਪ ਦੇ ਇਸ ਹੁਕਮ ਤਹਿਤ ਇੱਕ ਨੈਸ਼ਨਲ ਐਲੀਜੀਬਲ ਵੋਟਰ ਲਿਸਟ ਤਿਆਰ ਕਰਨ ਦੀ ਯੋਜਨਾ ਹੈ, ਜਿਸ ਵਿੱਚ ਕੇਵਲ ਉਹਨਾਂ ਲੋਕਾਂ ਦੇ ਨਾਮ ਸ਼ਾਮਲ ਕੀਤੇ ਜਾਣਗੇ ਜਿਨ੍ਹਾਂ ਦੀ ਅਮਰੀਕੀ ਨਾਗਰਿਕਤਾ ਸਰਕਾਰ ਵੱਲੋਂ ਪੁਸ਼ਟੀ ਕੀਤੀ ਹੋਵੇਗੀ। ਨਾਲ ਹੀ ਮੇਲ ਇਨ ਬੈਲਟਸ ਲਈ ਵੀ ਨਵੇਂ ਸਖਤ ਨਿਯਮ ਲਾਗੂ ਕਰਨ ਦੀ ਗੱਲ ਕੀਤੀ ਗਈ ਹੈ। ਵਿਰੋਧ ਕਰਨ ਵਾਲੇ ਵਕੀਲਾਂ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਕੋਲ ਇਕੱਲੇ ਚੋਣ ਨਿਯਮ ਬਦਲਣ ਦਾ ਅਧਿਕਾਰ ਨਹੀਂ ਹੈ। ਉਹਨਾਂ ਦੇ ਮੁਤਾਬਕ ਚੋਣਾਂ ਦੇ ਨਾਲ ਜੁੜੇ ਫੈਸਲੇ ਸਿਰਫ ਰਾਜ ਸਰਕਾਰਾਂ ਅਤੇ ਕਾਂਗਰਸ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਐਗਜ਼ੀਕਿਊਟਿਵ ਆਰਡਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੇਲ ਬੈਲਟ ਸਿਰਫ ਉਹਨਾਂ ਵੋਟਰਾਂ ਲਈ ਗਿਣੇ ਜਾਣ ਜੋ ਸਰਕਾਰੀ ਐਲੀਜੀਬਲ ਵੋਟਰ ਲਿਸਟ ਵਿੱਚ ਦਰਜ ਹੋਣ। ਇਸ ਨਾਲ ਲੱਖਾਂ ਅਮਰੀਕੀ ਵੋਟਰ ਪ੍ਰਭਾਵਿਤ ਹੋ ਸਕਦੇ ਹਨ, ਖਾਸ ਕਰਕੇ ਉਹ ਲੋਕ ਜੋ ਡਾਕ ਰਾਹੀਂ ਵੋਟ ਪਾਉਂਦੇ ਹਨ। ਡੈਮੋਕ੍ਰੈਟਿਕ ਪਾਰਟੀ ਅਤੇ ਵੋਟਿੰਗ ਰਾਈਟ ਗਰੁੱਪਸ ਨੇ ਦਲੀਲ ਦਿੱਤੀ ਕਿ ਇਹ ਨਿਯਮ ਵੋਟਿੰਗ ਹੱਕਾਂ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਹੈ ਅਤੇ ਇਸ ਨਾਲ ਚੋਣ ਪ੍ਰਕਿਰਿਆ ਵਿੱਚ ਗੜਬੜ ਪੈਦਾ ਹੋ ਸਕਦੀ ਹੈ। ਜੱਜ ਨੇ ਅਜੇ ਅੰਤਿਮ ਫੈਸਲਾ ਨਹੀਂ ਦਿੱਤਾ ਹੈ। ਇਸ ਮਾਮਲੇ ਦੀ ਸੁਣਵਾਈ ਕਰ ਰਹੇ ਫੈਡਰਲ ਜੱਜ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣੀਆਂ ਹਨ, ਪਰ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਦਿੱਤਾ। ਹਾਲਾਂਕਿ ਅਦਾਲਤ ਨੇ ਮੰਨਿਆ ਕਿ ਮਿਡ ਟਰਮ ਇਲੈਕਸ਼ਨਸ ਤੋਂ ਪਹਿਲਾਂ ਇਸ ਮਾਮਲੇ ਤੇ ਜਲਦੀ ਫੈਸਲਾ ਲੈਣਾ ਜ਼ਰੂਰੀ ਹੋ ਸਕਦਾ ਹੈ।
ਸੋ ਇਸ ਤੋਂ ਪਹਿਲਾਂ ਵੀ ਟਰੰਪ ਪ੍ਰਸ਼ਾਸਨ ਵੱਲੋਂ ਲਿਆਂਦੇ ਗਏ ਕੁਝ ਇਲੈਕਸ਼ਨ ਆਰਡਰਸ ਨੂੰ ਫੈਡਰਲ ਜੱਜ ਰੋਕ ਚੁੱਕੇ ਹਨ, ਖਾਸ ਕਰਕੇ ਪ੍ਰੂਫ ਆਫ ਸਿਟੀਜ਼ਨਸ਼ਿਪ ਅਤੇ ਮੇਲ ਬੈਲਟ ਰਿਸਟ੍ਰਿਕਸ਼ਨਸ ਨਾਲ ਜੁੜੇ ਹੁਕਮਾਂ ਤੇ ਅਦਾਲਤਾਂ ਨੇ ਸੰਵਿਧਾਨਕ ਸਵਾਲ ਖੜੇ ਕੀਤੇ ਸਨ। ਵਿਸ਼ਲੇਸ਼ਕ ਮੰਨਦੇ ਹਨ ਕਿ ਇਹ ਮਾਮਲਾ ਅਮਰੀਕਾ ਦੀ ਚੋਣ ਪ੍ਰਣਾਲੀ ਅਤੇ ਫੈਡਰਲ ਵਰਸਸ ਸਟੇਟ ਪਾਵਰਸ ਦੇ ਵਿਚਕਾਰ ਇੱਕ ਵੱਡੀ ਕਾਨੂੰਨੀ ਲੜਾਈ ਬਣ ਸਕਦਾ ਹੈ। ਅਮਰੀਕਾ ਵਿੱਚ ਕੈਨੇਡਾ ਸਰਹੱਦ ਰਾਹੀਂ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਦਾਖਲ ਕਰਵਾਉਣ ਦੇ ਇੱਕ ਵੱਡੇ ਹਿਊਮਨ ਸਮਗਲਿੰਗ ਨੈਟਵਰਕ ਦਾ ਪਰਦਾਫਾਸ਼ ਹੋਇਆ ਹੈ। ਇਸ ਮਾਮਲੇ ਵਿੱਚ 22 ਸਾਲਾਂ ਦੇ ਭਾਰਤੀ ਨਾਗਰਿਕ ਸ਼ਿਵਮ ਨੂੰ ਅਦਾਲਤ ਵਿੱਚ ਆਪਣੇ ਦੋਸ਼ ਕਬੂਲ ਕਰ ਲਏ ਹਨ। ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਸ਼ਿਵਮ ਅਕਤੂਬਰ 2024 ਤੋਂ ਜੂਨ 2025 ਤੱਕ ਕੈਨੇਡਾ ਅਮਰੀਕਾ ਸਰਹੱਦ ਰਾਹੀਂ ਲੋਕਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੀ ਕਾਰਵਾਈ ਕਰ ਰਿਹਾ ਸੀ। ਉਸ ਦਾ ਕੰਮ ਡਰਾਈਵਰਾਂ ਨੂੰ ਕੋਆਰਡੀਨੇਟ ਕਰਨਾ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਲੋਕਾਂ ਨੂੰ ਨਿਊਯਾਰਕ ਦੇ ਵੱਖ-ਵੱਖ ਸਟੈਸ਼ ਹਾਊਸਿਸ ਅਤੇ ਹੋਟਲਾਂ ਤੱਕ ਪਹੁੰਚਾਉਣਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ 25 ਜਨਵਰੀ 2025 ਨੂੰ ਸ਼ਿਵਮ ਨੇ ਆਪਣੇ ਇੱਕ ਸਾਥੀ ਨੂੰ ਕੈਨੇਡਾ ਤੋਂ 12 ਲੋਕਾਂ ਨੂੰ ਅਮਰੀਕਾ ਵਿੱਚ ਸਮਗਲ ਕਰਨ ਲਈ ਕਿਹਾ ਸੀ। ਇਹਨਾਂ ਵਿੱਚ ਭਾਰਤ ਅਤੇ ਯੂਨਾਈਟਿਡ ਕਿੰਗਡਮ ਦੇ ਨਾਗਰਿਕ ਵੀ ਸ਼ਾਮਲ ਸਨ। ਦੋਸ਼ ਹੈ ਕਿ ਸ਼ਿਵਮ ਹਰ ਵਿਅਕਤੀ ਲਈ ਆਪਣੇ ਸਾਥੀ ਨੂੰ $100 ਦੇ ਰਿਹਾ ਸੀ। ਅਗਲੇ ਦਿਨ 26 ਜਨਵਰੀ ਨੂੰ ਯੂਐਸ ਬਾਰਡਰ ਪੈਟਰੋਲ ਨੇ ਕੈਨੇਡਾ ਸਰਹੱਦ ਨੇੜੇ ਦੋ ਸ਼ੱਕੀ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦੋਵੇਂ ਵਾਹਨ ਤੇਜ਼ੀ ਨਾਲ ਭੱਜਣ ਲੱਗੇ, ਜਿਸ ਕਾਰਨ ਪੁਲਿਸ ਪਿੱਛਾ ਕਰਦੀ ਰਹੀ। ਇੱਕ ਗੱਡੀ ਸੜਕ ਤੋਂ ਹਟ ਕੇ ਫਸ ਗਈ, ਜਦਕਿ ਦੂਜੀ ਨੂੰ ਮੋਰਸ ਨਿਊਯਾਰਕ ਵਿੱਚ ਰੋਕਿਆ ਗਿਆ। ਦੋਵੇਂ ਗੱਡੀਆਂ ਵਿੱਚ ਕੁੱਲ 12 ਗੈਰ ਕਾਨੂੰਨੀ ਪ੍ਰਵਾਸੀ ਮਿਲੇ। ਸ਼ਿਵਮ ਨੇ ਏਲੀਅਨ ਸਮਗਲਿੰਗ, ਕਨਸਪੀਰੇਸੀ ਅਤੇ ਫਾਈਨੈਂਸ਼ੀਅਲ ਗੇਨ ਲਈ ਏਲੀਅਨ ਸਮਗਲਿੰਗ ਦੇ 3 ਦੋਸ਼ਾਂ ਵਿੱਚ ਗਿਲਟੀ ਪਲੇ ਦਿੱਤੀ ਹੈ। ਸੋ ਉਹ ਹੁਣ ਉਸ ਦੀ ਸਜ਼ਾ 4 ਸਤੰਬਰ ਨੂੰ ਸੁਣਾਈ ਜਾਵੇਗੀ। ਉਸ ਨੂੰ ਘੱਟੋ-ਘੱਟ 5 ਸਾਲ ਅਤੇ ਵੱਧ ਤੋਂ ਵੱਧ 15 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਇਸ ਮਾਮਲੇ ਦੀ ਜਾਂਚ ਯੂਐਸ ਬਾਰਡਰ ਪੈਟਰੋਲ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਅਤੇ ਹੋਰ ਫੈਡਰਲ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ। ਅਮਰੀਕੀ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਹਿਊਮਨ ਸਮਗਲਿੰਗ ਅਤੇ ਹਿਊਮਨ ਟ੍ਰੈਫਿਕਿੰਗ ਖਿਲਾਫ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਅਮਰੀਕੀ ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਕਿ ਇਹ ਕੇਸ ਜੁਆਇੰਟ ਟਾਸਕ ਫੋਰਸ ਅਲਫਾ ਦੀ ਵੱਡੀ ਕਾਰਵਾਈ ਦਾ ਹਿੱਸਾ ਹੈ, ਜਿਸ ਦਾ ਮਕਸਦ ਕਾਰਟੈਲਸ ਅਤੇ ਟ੍ਰਾਂਸਨੈਸ਼ਨਲ ਕ੍ਰਿਮੀਨਲ ਆਰਗੇਨਾਈਜੇਸ਼ਨਸ ਵੱਲੋਂ ਕੀਤੀ ਜਾਣ ਵਾਲੀ ਹਿਊਮਨ ਸਮਗਲਿੰਗ ਨੂੰ ਰੋਕਣਾ ਹੈ। ਅਧਿਕਾਰੀਆਂ ਦੇ ਅਨੁਸਾਰ GTFA ਦੀ ਕਾਰਵਾਈ ਕਾਰਨ ਹੁਣ ਤੱਕ ਸੈਂਕੜਿਆਂ ਗ੍ਰਿਫਤਾਰੀਆਂ ਅਤੇ ਸਜ਼ਾਵਾਂ ਹੋ ਚੁੱਕੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਵਫਦ ਸਮੇਤ ਚੀਨ ਦੌਰੇ ਤੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹਨਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ 24 ਸਤੰਬਰ ਨੂੰ ਵਾਈਟ ਹਾਊਸ ਦੀ ਜਵਾਬੀ ਦੌਰਾ ਕਰਨਗੇ। ਟਰੰਪ ਨੇ ਸ਼ੀ ਦੇ ਨਾਲ ਆਪਣੀ ਮੁਲਾਕਾਤ ਦੌਰਾਨ ਇੱਥੇ ਆਪਣੇ ਭਾਸ਼ਣ ਦੌਰਾਨ ਇਹ ਕਿਹਾ ਕਿ ਰਾਸ਼ਟਰਪਤੀ ਸ਼ੀ, ਇਸ ਸ਼ਾਨਦਾਰ ਸਵਾਗਤ ਲਈ ਤੁਹਾਡਾ ਦੁਬਾਰਾ ਧੰਨਵਾਦ। ਅੱਜ ਰਾਤ ਮੈਡਮ ਪਿੰਗ ਅਤੇ ਤੁਹਾਨੂੰ ਇਸ 24 ਸਤੰਬਰ ਨੂੰ ਵਾਈਟ ਹਾਊਸ ਆਉਣ ਦਾ ਸੱਦਾ ਦਿੰਦੇ ਹੋਏ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਅਸੀਂ ਤੀਬਰਤਾ ਦੇ ਨਾਲ ਤੁਹਾਡੇ ਇਸ ਦੌਰੇ ਦੀ ਉਡੀਕ ਕਰ ਰਹੇ ਹਾਂ। ਹੁਣ ਮੈਂ ਆਪਣਾ ਗਲਾਸ ਉੱਚਾ ਕਰਕੇ ਅਮਰੀਕੀ ਅਤੇ ਚੀਨੀ ਲੋਕਾਂ ਵਿਚਕਾਰ ਅਮੀਰ ਅਤੇ ਸਥਾਈ ਸਬੰਧਾਂ ਲਈ ਇੱਕ ਟੋਸਟ ਪੇਸ਼ ਕਰਨਾ ਚਾਹੁੰਦਾ ਹਾਂ। ਟਰੰਪ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਖਾਸ ਰਿਸ਼ਤਾ ਹੈ ਅਤੇ ਉਹ ਤੁਹਾਡਾ ਦੁਬਾਰਾ ਧੰਨਵਾਦ ਕਰਨਾ ਚਾਹੁੰਦੇ ਹਨ। ਇਹ ਸਮਾਂ ਬਹੁਤ ਸ਼ਾਨਦਾਰ ਰਿਹਾ। ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਨਾਲ ਇੱਕ ਪਟੀਸ਼ਨ ਅਦਾਲਤ ਨੇ ਰੱਦ ਕਰ ਦਿੱਤੀ, ਜਿਸ ਮਗਰੋਂ ਪ੍ਰੀਮੀਅਰ ਡੈਨੀਅਲ ਸਮਿਥ ਨੇ ਫੈਸਲੇ ਨੂੰ ਗੈਰ ਲੋਕਤੰਤਰੀ ਕਰਾਰ ਦਿੰਦਿਆਂ ਉੱਚ ਅਦਾਲਤ ਵਿੱਚ ਅਪੀਲ ਦਾਇਰ ਕਰਨ ਦਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਮੂਲ ਬਾਸ਼ਿੰਦਿਆਂ ਦੇ ਕਬੀਲੇ ਵੱਲੋਂ ਪਟੀਸ਼ਨ ਦਾ ਤਿੱਖਾ ਵਿਰੋਧ ਕੀਤਾ ਗਿਆ। ਮੂਲ ਬਾਸ਼ਿੰਦਿਆਂ ਦੇ ਵਕੀਲ ਨੇ ਕਿਹਾ ਕਿ ਵੱਖਵਾਦੀਆਂ ਵੱਲੋਂ ਰੈਫਰੈਂਡਮੀ ਦੀ ਪ੍ਰਕਿਰਿਆ ਨੂੰ ਗੈਰ ਸੰਵਿਧਾਨਕ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ, ਜਿਸ ਵਿੱਚ ਮੂਲ ਬਾਸ਼ਿੰਦਿਆਂ ਨਾਲ ਸਲਾਹ ਮਸ਼ਵਰੇ ਦਾ ਕੋਈ ਜ਼ਿਕਰ ਨਹੀਂ ਮਿਲਦਾ। ਉਹਨਾਂ ਨੇ ਵੀ ਕਿਹਾ ਕਿ ਅਲਬਰਟਾ ਦਾ ਕੈਨੇਡਾ ਤੋਂ ਵੱਖ ਹੋਣਾ ਫੈਡਰਲ ਸਰਕਾਰ ਨਾਲ ਹੋਈ ਸੰਧੀ ਦਾ ਉਲੰਘਣਾ ਹੋਵੇਗਾ। ਦੂਜੇ ਪਾਸੇ ਅਲਬਰਟਾ ਸਰਕਾਰ ਦੇ ਵਕੀਲਾਂ ਨੇ ਪ੍ਰਕਿਰਿਆ ਜਾਇਜ਼ ਠਹਿਰਾਇਆ, ਪਰ ਅਦਾਲਤ ਨੇ ਆਪਣੇ ਫੈਸਲੇ ਵਿੱਚ ਇਹ ਕਿਹਾ ਕਿ ਬਿਨਾਂ ਸ਼ੱਕ ਅਲਬਰਟਾ ਦਾ ਕੈਨੇਡਾ ਤੋਂ ਵੱਖ ਹੋਣਾ ਸੰਧੀ 7 ਅਤੇ 8 ਨੂੰ ਪ੍ਰਭਾਵਿਤ ਕਰੇਗਾ। ਕੈਨੇਡਾ ਪੁਲਿਸ ਹਿੰਸਕ ਕਾਰਵਾਈਆਂ 'ਚ ਸ਼ਾਮਲ ਵਿਦੇਸ਼ੀ ਨਾਗਰਿਕਾਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਕੁਝ ਦਿਨ ਪਹਿਲਾਂ 5 ਪੰਜਾਬੀਆਂ ਨੂੰ ਡਿਪੋਰਟ ਕੀਤਾ ਗਿਆ ਸੀ। ਸਰੀ ਪੁਲਿਸ ਨੇ ਅਪ੍ਰੈਲ ਦੇ ਆਖਰੀ ਹਫ਼ਤੇ ਤੱਕ ਇੱਕ ਪਰਿਵਾਰ ਨੂੰ ਡਰਾਉਣ ਦੇ ਲਈ ਘਰ ਤੇ ਗੋਲੀਬਾਰੀ ਕਰਨ ਦੇ ਦੋਸ਼ ਹੇਠ 2 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੂੰ ਬਾਰਡਰ ਸਰਵਿਸ ਏਜੰਸੀ ਹਵਾਲੇ ਕੀਤਾ ਗਿਆ ਹੈ। ਸਰੀ ਪੁਲਿਸ ਨੇ ਦੱਸਿਆ ਕਿ ਉਸਨੇ 87 ਐਵੇਨਿਊ ਅਤੇ 134 ਸਟਰੀਟ ਤੇ ਸਥਿਤ ਮਕਾਨ ਤੇ 22 ਅਪ੍ਰੈਲ ਨੂੰ ਗੋਲੀਬਾਰੀ ਕਰਨ ਵਾਲੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦਮਨਜੀਤ ਸਿੰਘ ਅਤੇ ਪਦਮਨ ਸਿੰਘ ਵਜੋਂ ਹੋਈ ਹੈ। ਘਟਨਾ CCTV ਵਿੱਚ ਕੈਦ ਹੋਣ ਕਾਰਨ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕੀਤੀ ਤੇ ਉਹਨਾਂ ਨੂੰ ਕਾਬੂ ਕਰ ਲਿਆ। ਦੋਵਾਂ ਮੁਲਜ਼ਮਾਂ ਨੂੰ ਵੱਖੋ ਵੱਖਰੇ ਦਿਨ ਜੱਜ ਮੋਹਰੇ ਪੇਸ਼ ਕੀਤਾ ਜਾਵੇਗਾ। ਬਾਰਡਰ ਸਰਵਿਸ ਏਜੰਸੀ ਵੱਲੋਂ ਇਹ ਮਾਮਲਾ ਦੇਖੇ ਜਾਣ ਕਾਰਨ ਮੁਲਜ਼ਮਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ, ਪਰ ਪੁਲਿਸ ਨੇ ਹਾਲੇ ਇਸ ਦੀ ਪੁਸ਼ਟੀ ਨਹੀਂ ਕੀਤੀ।
ਪੁਲਿਸ ਨੇ ਇੱਕ ਪੰਜਾਬੀ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਸੇ ਤਰ੍ਹਾਂ ਪੀਲ ਪੁਲਿਸ ਨੇ ਵਾਹਨਾਂ ਦੀਆਂ ਨਕਲੀ ਨੰਬਰ ਪਲੇਟਾਂ ਬਣਾਉਣ ਵਾਲੇ 2 ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਕੈਨੇਡੀਅਨ ਪੁਲਿਸ ਅਗਵਾ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਵਾਲਿਆਂ ਵਿਰੁੱਧ ਸਰਗਰਮੀ ਨਾਲ ਕਾਰਵਾਈ ਕਰ ਰਹੀ ਹੈ। ਇਸ ਕਾਰਵਾਈ ਦੇ ਤਹਿਤ ਕੈਲਗਰੀ ਪੁਲਿਸ ਅਜਿਹੇ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤੇ ਅਗਵਾ, ਗੈਰ ਕਾਨੂੰਨੀ ਤੌਰ ਤੇ ਬੰਦਕ ਬਣਾਉਣ ਅਤੇ ਹਥਿਆਰਾਂ ਨਾਲ ਸੰਬੰਧਿਤ ਦੋਸ਼ ਸ਼ਾਮਲ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ 29 ਸਾਲਾਂ ਦੇ ਗਗਨਦੀਪ ਸਿੰਘ ਦੇ ਕੈਲਗਰੀ ਅਤੇ ਆਲੇ ਦੁਆਲੇ ਦੇ ਖੇਤਰਾਂ ਦੇ ਨਾਲ-ਨਾਲ BC ਅਤੇ ontario ਦੇ ਭਾਈਚਾਰਿਆਂ ਨਾਲ ਸੰਬੰਧ ਹਨ। ਉਸ ਦੇ ਵਿਰੁੱਧ ਵਾਰੰਟਾਂ ਵਿੱਚ ਬਹੁਤ ਗੱਲਾਂ ਸ਼ਾਮਲ ਹੈ, ਜਿਵੇਂ ਬੰਦੂਕ ਦਿਖਾ ਕੇ ਅਗਵਾ ਕਰਨਾ, ਬੰਦੂਕ ਤਾਣ ਲੈਣਾ, ਗੈਰ ਕਾਨੂੰਨੀ ਤੌਰ ਤੇ ਬੰਦਕ ਬਣਾਉਣਾ, ਹਥਿਆਰ ਨਾਲ ਹਮਲਾ ਕਰਨਾ ਆਦਿ ਸ਼ਾਮਲ ਹਨ। ਸੋ ਉਸ ਦੇ ਸਰੀਰ ਤੇ ਕੁਝ ਖਾਸ ਟੈਟੂ ਹਨ, ਜਿਨ੍ਹਾਂ ਵਿੱਚ ਉਸ ਦੇ ਸੱਜੀ ਬਾਹ ਤੇ ਇੱਕ ਔਰਤ ਦਾ ਟੈਟੂ ਅਤੇ ਖੱਬੀ ਬਾਹ ਤੇ ਨੀਲੇ ਅਤੇ ਲਾਲ ਰੰਗ ਦੇ ਬਾਜ਼ ਦਾ ਟੈਟੂ ਹੈ। ਪੁਲਿਸ ਦਾ ਕਹਿਣਾ ਹੈ ਕਿ ਸਿੰਘ ਇੱਕ ਖਤਰਨਾਕ ਸ਼ੱਕੀ ਹੈ ਅਤੇ ਜਿਸ ਨੂੰ ਉਹ ਦਿਸੇ ਉਸ ਨੂੰ ਉਸ ਦੇ ਕੋਲ ਨਹੀਂ ਜਾਣਾ ਚਾਹੀਦਾ ਅਤੇ ਇਸ ਦੀ ਬਜਾਏ ਤੁਰੰਤ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ। ਕੈਲਗਰੀ ਪੁਲਿਸ ਨੇ ਉਸ ਦੀ ਭਾਲ ਦੇ ਲਈ ਲੋਕਾਂ ਦੀ ਮਦਦ ਮੰਗੀ ਹੈ। ਲਗਾਤਾਰ 16 ਘੰਟੇ ਟਰੱਕ ਚਲਾਉਂਦਿਆਂ ਜਾਨਲੇਵਾ ਹਾਦਸੇ ਨੂੰ ਅੰਜਾਮ ਦੇਣ ਵਾਲੇ ਸੁਖਵਿੰਦਰ ਸਿੱਧੂ ਦੀ 2.5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ontario ਦੀ ਮੈਲੰਗਥੌਨ ਟਾਊਨਸ਼ਿਪ ਵਿੱਚ 22 ਅਗਸਤ 2023 ਨੂੰ ਵਾਪਰੇ ਹਾਦਸੇ ਦੌਰਾਨ ਸੁਖਵਿੰਦਰ ਸਿੱਧੂ ਦੇ ਟਰੱਕ ਦੀ ਰਫ਼ਤਾਰ 108 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ, ਜਦਕਿ ਕੰਸਟਰਕਸ਼ਨ ਜ਼ੋਨ ਵਿੱਚ ਰਫ਼ਤਾਰ 60 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਸੀ ਹੋਣੀ ਚਾਹੀਦੀ। ਹਾਦਸੇ ਦੌਰਾਨ ਓਲੰਪੀਅਨ ਅਲੈਗਜ਼ੈਂਡਰਾ ਪੋਲ ਦੀ ਮੌਤ ਹੋ ਗਈ, ਜਦਕਿ ਉਸ ਦਾ 10 ਮਹੀਨੇ ਦਾ ਬੇਟਾ ਜ਼ਖਮੀ ਹੋ ਗਿਆ। ontario ਪ੍ਰੋਵਿੰਸ਼ਨਲ ਪੁਲਿਸ ਦੇ ਮੁਤਾਬਕ ਸੁਖਵਿੰਦਰ ਸਿੱਧੂ ਦਾ ਤੇਜ਼ ਰਫ਼ਤਾਰ ਟਰੱਕ ਕੰਸਟਰਕਸ਼ਨ ਜ਼ੋਨ ਵਿੱਚ ਦਾਖਲ ਹੋਇਆ ਅਤੇ ਲਾਂਘੇ ਦੀ ਉਡੀਕ ਕਰ ਰਹੀਆਂ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਸੁਖਵਿੰਦਰ ਸਿੱਧੂ ਨੇ ਪੀੜਿਤ ਪਰਿਵਾਰ ਤੋਂ ਮਾਫੀ ਮੰਗਦਿਆਂ ਕਿਹਾ, 2 ਧੀਆਂ ਦਾ ਪਿਤਾ ਹੋਣ ਦੇ ਨਾਤੇ ਅਲੈਗਜ਼ੈਂਡਰਾ ਦੇ ਬੇਟੇ ਦਾ ਦਰਦ ਸਮਝ ਸਕਦਾ ਹਾਂ। ਮੇਰੀ ਅਣਗਹਿਲੀ ਕਰਕੇ ਮਾਂ ਆਪਣੇ ਬੱਚੇ ਤੋਂ ਸਦਾ ਵਾਸਤੇ ਦੂਰ ਹੋ ਗਈ ਅਤੇ ਮੇਰੇ ਦਿਲ ਵਿੱਚ ਹੀ ਇਹ ਦਰਦ ਹਮੇਸ਼ਾ ਕਾਇਮ ਰਹੇਗਾ। ਬਚਾਅ ਪੱਖ ਦੇ ਵਕੀਲ ਨੇ ਆਪਣੇ ਮੁਵੱਕਲ ਵਾਸਤੇ ਘਰ ਵਿੱਚ ਨਜ਼ਰਬੰਦ ਰੱਖਣ ਦੀ ਸਜ਼ਾ ਮੰਗੀ, ਪਰ ਜਸਟਿਸ ਕ੍ਰੇਚਨ ਕੌਨਲੈਨ ਨੇ ਕਿਹਾ ਹੈ ਕਿ ਹਾਦਸਾ ਵੱਡੀ ਤਬਾਹੀ ਤੋਂ ਘੱਟ ਨਹੀਂ ਸੀ ਅਤੇ ਬਚਾਅ ਪੱਖ ਦੀ ਇਹ ਦਲੀਲ ਪ੍ਰਵਾਨ ਨਹੀਂ ਕੀਤੀ ਜਾ ਸਕਦੀ ਕਿ ਸੁਖਵਿੰਦਰ ਸਿੱਧੂ ਕੁਝ ਪਲਾਂ ਵਾਸਤੇ ਗੁੰਮਸੁੰਮ ਹੋ ਗਿਆ। ਜੱਜ ਨੇ ਕਿਹਾ ਕਿ ਪੇਸ਼ੇਵਰ ਟਰੱਕ ਡਰਾਈਵਰਾਂ ਦੀਆਂ ਹਰਕਤਾਂ ਦਾ ਕੁਝ ਲੋਕਾਂ ਨੂੰ ਸੋਚ ਤੋਂ ਜ਼ਿਆਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਜੇਲ੍ਹ ਵਿੱਚੋਂ ਰਿਹਾਈ ਮਗਰੋਂ ਸੁਖਵਿੰਦਰ ਸਿੱਧੂ 7 ਸਾਲ ਤੱਕ ਡਰਾਈਵਿੰਗ ਨਹੀਂ ਕਰ ਸਕੇਗਾ। ਦੱਸ ਦੇ ਕਿ ਸੁਖਵਿੰਦਰ ਸਿੱਧੂ ਨੇ ਮੁਕੱਦਮੇ ਦੀ ਸੁਣਵਾਈ ਰਸਮੀ ਤੌਰ ਤੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਫਰਵਰੀ ਦੌਰਾਨ ਜਾਨਲੇਵਾ ਹਾਦਸੇ ਲਈ ਜ਼ਿੰਮੇਵਾਰ ਹੋਣ ਦਾ ਗੁਨਾਹ ਕਬੂਲ ਕਰ ਲਿਆ। ਅਲੈਗਜ਼ੈਂਡਰਾ ਪੋਲ ਓਲੰਪੀਅਨ ਸਕੇਟਿੰਗ ਸਟਾਰ ਸੀ ਅਤੇ 2014 ਵਿੱਚ ਰੂਸ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਕੈਨੇਡਾ ਦੀ ਨੁਮਾਇੰਦਗੀ ਕੀਤੀ। ਸਕੇਟਿੰਗ ਤੋਂ ਸੰਨਿਆਸ ਲੈਣ ਮਗਰੋਂ ਬੈਰੀ ਵਿਖੇ ਬੈਰਿਸਟਨ ਲਾ ਫਰਮ ਵਿੱਚ ਕੰਮ ਕਰਨ ਲੱਗੀ ਅਤੇ ਸਕੇਟਿੰਗ ਵਿੱਚ ਆਪਣੇ ਸਾਥੀ ਮਿਚ ਇਸਲਾਮ ਦੇ ਨਾਲ ਵਿਆਹ ਕਰਵਾ ਲਿਆ। ਪਤਨੀ ਦੀ ਮੌਤ ਤੋਂ ਬੇहद ਦੁਖੀ ਮਿਚ ਇਸਲਾਮ ਦਾ ਕਹਿਣਾ ਸੀ ਕਿ ਬਤੌਰ ਖਿਡਾਰੀ ਉਹ ਦੋਵੇਂ 12 ਸਾਲ ਇਕੱਠੇ ਰਹੇ ਅਤੇ ਆਖਰਕਾਰ ਜੀਵਨ ਸਾਥੀ ਬਣ ਗਏ, ਪਰ ਇੱਕ ਟਰੱਕ ਡਰਾਈਵਰ ਨੇ ਸਾਡੀ ਜ਼ਿੰਦਗੀ ਤਬਾਹ ਕਰ ਦਿੱਤੀ ਅਤੇ ਅਲੈਗਜ਼ੈਂਡਰਾ ਸਦਾ ਵਾਸਤੇ ਵਿਛੋੜਾ ਤੇ ਗਈ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਮੀਆਂ ਖਬਰਾਂ IP ਬਾਕਸ TV ਤੋਂ ਇਲਾਵਾ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਵੀ ਜ਼ਰੂਰ ਸਬਸਕ੍ਰਾਈਬ ਅਤੇ ਫੋਲੋ ਕਰੋ, ਜਿਵੇਂ ਕਿ YouTube, Facebook, Instagram, TikTok, ਤਾਂ ਜੋ ਤੁਹਾਨੂੰ ਹਰ ਤਾਜ਼ਾ ਖਬਰ ਅਤੇ ਖਾਸ ਪ੍ਰੋਗਰਾਮ ਸਭ ਤੋਂ ਪਹਿਲਾਂ ਮਿਲ ਸਕਣ। ਧੰਨਵਾਦ।